ਵਾਹਿਗੁਰੂ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੂੰ ਹੈ ਜੀ ਵੱਡ ਤੂੰ ਵੱਡ ਵੱਡੇ जिस तू मिलै सो तुद मिलै तू आपे बख्श लह लिखा छड्डे जिसनू तू आप मिलाएंदा सो सतगुरु सिवै मन गड गड्डे तू सच्चा साहिब सच तू सब जियो पिंड चम तेरा हड्डे ज्यों भावै त्यों रख तू सचिया ज्यों भावै त्यों रख तू सचिया नानक मन आस तेरी वड वड्डे सुध तू चौ सजन मंडिया देस से उतार नैन मोहंजे तरस दे कद पसी दीदार ज़हरा ज़हूर हाजरा हजूर सर्व कला भरपूर समर्थ गुरु लोग परलोक दे रखियक भगत वशल बख्शिंद पिता ज्ञान दा सागर भगतां सतगुरां भट्टां सिखां दी बाणी जोत गुरु ग्रंथ साहिब दा रूप सच्चे पातशाह जी दी पावन पवित्र गोद हजूरी दे विच गुर शब्द दे नाल जुड़ बैठी जुड़ रही साध संगत जी धनता दे योग वडभागे हाँ असी सारे जिन्हां दे गुनाहां नूं बख्शदे होए औगणा वल ना देखदे होए सानू वडियाई दिंदे होए गुरु महाराज ने अपने पास बुलाया हाँ आया दूरों चल के मैं तकी तो सरनाए जियो मैं आशा रखी चित में मेरा सबो दुख गवाए जियो किसे नू किसे ने बुलाया होवे ते ओदे वाल ध्यान ते तवज्जो बहुत हुंदी है किसे नू असी इनवाइट किया होवे किसे नू असी अपने घरे बुलाया होवे बंदा अखियां विछा के उसकी उड़ीक करदा भी ओ आया क्यों ओ अजे तक पहुंचया क्यों और कई बार असी एक दो घंटे भी अपने चाहण वालियां नू उड़ीकदे हां भी वो आ जाए सानू मिल लवे जां असीं उहनूं मिलना चाहुंदे हां इस करके कई बार असी उड़ीक भी करदे राइट सानू पता है ना असी कई बार कईयां दी उड़ीक कीती है पर सानू ये भी पता होना चाहिए गुरु नानक गुरु ग्रंथ साहिब जी महाराज सानू भी उड़ीकदे है इहदे विच कोई दो राय नहीं इहदे विच कोई शक नहीं भी गुरु सानू उड़ीकदा या नहीं गुरु भी सानू उड़ीकदा
ਸਾਡੇ ਅੰਦਰ ਇੱਕ ਫੁਰਨਾ ਹੀ ਬਣ ਜਾਏ ਨਾ ਗੁਰੂ ਦੀ ਦਰਸ਼ਨ ਪਿਆਸ ਦਾ, ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨ ਦਿਨ ਨੀਂਦ, ਖੋਲ ਕਪਟ ਗੁਰ ਮਿਲਿਆ ਨਾਨਕ ਹਰਿ ਸੰਗ ਮੀਤ। ਜਦੋਂ ਅੰਦਰ ਪਿਆਸ ਸਾਡੇ ਜਾਗਦੀ ਹੈ, ਉਧਰ ਗੁਰੂ ਵੀ ਸਾਡੇ ਲਈ ਜਾਗ ਜਾਂਦਾ ਹੈ। ਮਤਲਬ ਗੁਰੂ ਜਾਗਦਾ ਸਦਾ ਹੀ ਹੈ, ਪਰ ਉਹ ਸਾਡੇ ਲਈ ਉਡੀਕ ਕਰਦਾ ਵੀ ਇਸ ਨੇ ਮੈਨੂੰ ਯਾਦ ਕੀਤਾ, ਮੈਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ ਤੇ ਮੈਂ ਵੀ ਇਸ ਨੂੰ ਮਿਲਣਾ, ਮੈਂ ਵੀ ਇਸ ਨੂੰ ਮਿਲਣਾ। ਸੰਸਾਰ ਵਿੱਚ ਦੋਨਾਂ ਪਾਸੋਂ ਇੱਛਾ ਮਿਲਦੀ ਹੋਵੇ ਤੇ ਮਿਲਾਪ ਹੁੰਦਾ। ਧਿਆਨ ਦੇਣਾ, ਸੰਸਾਰ ਦੇ ਵਿੱਚ ਦੋ ਮਿਲਦੇ ਨੇ, ਜੇ ਦੋਨਾਂ ਦੀ ਇੱਛਾ ਹੋਵੇ ਤੇ ਮਿਲਾਪ ਹੁੰਦਾ, ਜੇ ਇੱਕ ਦੀ ਇੱਛਾ ਨਾ ਹੋਵੇ ਕਈ ਵਾਰ ਮਿਲਾਪ ਨਹੀਂ ਹੁੰਦਾ। ਇੱਧਰ ਅਸੀਂ ਗੁਰੂ ਦੇ ਸਿੱਖ ਹਾਂ, ਜੇ ਸਾਡੀ ਕੇਵਲ ਇੱਛਾ ਮਿਲਣ ਦੀ ਜਾਂ ਮਿਲਾਪ ਦੀ, ਕਦੀ ਹੋ ਨਹੀਂ ਸਕਦਾ ਵੀ ਗੁਰੂ ਦੀ ਇੱਛਾ ਨਾ ਹੋਵੇ। ਇਹ ਨਹੀਂ ਕਦੀ ਹੋ ਸਕਦਾ ਵੀ ਅਸੀਂ ਚਾਹੁੰਦੇ ਹਾਂ ਗੁਰੂ ਨੂੰ ਮਿਲਣਾ, ਦੁਨਿਆਵੀ ਰਿਸ਼ਤਿਆਂ ਦੇ ਵਿੱਚ, ਦੁਨਿਆਵੀ ਸੱਜਣਾ ਦੇ ਵਿੱਚ ਇੰਝ ਹੋ ਸਕਦਾ ਵੀ ਅਸੀਂ ਮਿਲਣਾ ਚਾਹੁੰਦੇ ਹਾਂ, ਹੋ ਸਕਦਾ ਉਹ ਸਾਨੂੰ ਮਿਲਣਾ ਨਾ ਚਾਹੁੰਦਾ ਹੋਵੇ, ਬਹਾਨਾ ਮਾਰ ਦੇਵੇ, ਬਹਾਨਾ ਲਾ ਦੇਵੇ। ਪਰ ਜਿਹੜਾ ਸਤਿਗੁਰੂ ਸੱਜਣ ਸੱਚਾ ਪਾਤਸ਼ਾਹ ਇਹ ਕਦੀ ਵੀ ਬਹਾਨਾ ਨਹੀਂ, ਸੱਚਮੁੱਚ ਹੀ ਉਡੀਕਦੇ ਨੇ। ਮਹਾਰਾਜ ਜੀ ਕਹਿੰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਮਹਾਰਾਜ ਜੀ ਕਹਿੰਦੇ ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣਾ। ਮਹਾਰਾਜ ਜੀ ਕਹਿੰਦੇ ਤੁਸੀਂ ਆਓ, ਤੁਸੀਂ ਆਓ, ਆਓ ਬੈਠੋ ਸਖੀਓ ਸਹੇਲੜੀਓ ਮੇਰਾ ਪੀਰਵਨ ਯਾਰਾ ਰਾਮ। ਆਓ ਸਖੀਓ, ਆਓ ਸਹੇਲੀਓ, ਗੁਰਮੁਖ ਆਤਮਾਓ, ਆਓ ਆਓ ਬੈਠੋ। ਫਿਰ ਅਕਥ ਕੀ ਕਰੇ ਕਹਾਣੀ, ਉਸ ਦੀਆਂ ਕਹਾਣੀਆਂ, ਉਹਦੀਆਂ ਬਾਤਾਂ ਸੁਣੋ, ਸੁਣਾਓ, ਆਪਸ ਵਿੱਚ ਬੈਠ ਕੇ ਉਹਦੇ ਨਾਲ ਗੱਲਾਂ ਕਰੋ, ਉਹਦੇ ਨਾਲ ਵਿਚਾਰ ਕਰੋ, ਉਹਦੀ ਵਿਚਾਰ ਸੁਣੋ। ਸੋ ਗੁਰੂ ਮਹਾਰਾਜ ਜੀ ਮਿਹਰ ਕਰੇ, ਸਾਨੂੰ ਸਮਾਂ ਦਿੱਤਾ ਹੈ, ਸਾਨੂੰ ਸਾਹ ਦਿੱਤੇ ਨੇ, ਚੱਲ ਰਹੇ ਨੇ, ਸਾਡੇ ਕੋਲ ਇਸ ਵੇਲੇ ਤੰਦਰੁਸਤੀ ਹੈ। ਸ਼ੁਕਰ ਹੈ ਗੁਰੂ ਮਹਾਰਾਜ ਦੀ ਮਿਹਰ ਕਰਦੇ ਰਹਿਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਸਭ ਨੂੰ ਰੱਖਣਾ, ਤਾਂ ਜੋ ਤੇਰੇ ਚਰਨਾਂ ਵਿੱਚ ਸੀਸ ਝੁਕਾਉਂਦੇ ਰਹੀਏ, ਨੱਕ ਰਗੜਦੇ ਰਹੀਏ ਔਰ ਤੇਰੇ ਤੋਂ ਗੁਰਮਤਿ ਮਹਾਰਾਜ ਜੀ ਪ੍ਰਾਪਤ ਕਰਦੇ ਰਹੀਏ। ਇਹ ਸਾਡੀ ਇੱਛਾ ਹੈ, ਬਾਕੀ ਹੋਰ ਇੱਛਾ ਨਹੀਂ। ਬਾਕੀ ਰਸ ਸਾਰੇ ਫਿੱਕੇ ਹੈ, ਬਾਕੀ ਕੌੜੇ ਹੋ ਜਾਣੇ ਨੇ ਇੱਕ ਦਿਨ। ਇੱਕ ਦਿਨ ਮਿੱਠੀ ਚੀਜ਼ ਵੀ ਕੌੜੀ ਲੱਗਣੀ, ਇੱਕ ਦਿਨ ਲੂਣੀ ਚੀਜ਼ ਦਾ ਵੀ ਸਵਾਦ ਨਹੀਂ ਆਉਣਾ। ਧਿਆਨ ਦੇਣਾ, ਇੱਕ ਦਿਨ ਆ ਚਟਪਟੀਆਂ ਕਰਾਰੀਆਂ ਸਪਾਈਸੀ ਖਾਣੇ, ਇਹ ਵੀ ਜੀਵ ਨੇ ਸਵਾਦ ਕਹਿਣਾ ਵੀ ਕੋਈ ਸਵਾਦ ਨਹੀਂ, ਇਹ ਸਦਾ ਸਮਾਂ ਹੀ ਐਸਾ ਬਣ ਜਾਂਦਾ। ਗੁਰੂ ਮਿਹਰ ਕਰੇ ਸਾਡੀ ਰਸਨਾ ਤੇ, ਰਸ ਨਾਮ ਦਾ ਆਉਂਦਾ ਰਹੇ। ਇਹ ਆਸ ਰੱਖਦੇ ਹਾਂ, ਇਹ ਆਸ ਕਰਦੇ ਹਾਂ ਸਤਿਗੁਰੂ ਜੀ ਮਿਹਰ ਕਰਨੀ, ਉਹ ਨਾਮ ਰਸ ਮਹਾਰਸ ਹਮੇਸ਼ਾ ਹੀ ਬਣਿਆ ਰਹੇ, ਸਾਡੀ ਜੀਭ ਚੱਕਦੀ ਰਹੇ, ਅਸੀਂ ਸਤ ਬਚਨ ਬੋਲਦੇ ਰਹੀਏ, ਸਤ ਬਚਨ ਸੁਣਦੇ ਰਹੀਏ। ਐਸੀ ਅਸੀਸ ਬਖਸ਼ੋ। ਸਾਡੇ ਵੱਸ ਨਹੀਂ ਹੈ ਵੀ ਅਸੀਂ ਕੁਝ ਕਰੀਏ, ਤੁਸੀਂ ਕਰਵਾਓ ਤੇ ਤਾਂ ਹੀ ਕੁਝ ਹੋ ਸਕਦਾ। ਆਓ ਲੜੀਵਾਰ ਸ਼ਬਦ ਦੀ ਵਿਚਾਰ ਗੁਰੂ ਮਹਾਰਾਜ ਜੀ ਮਿਹਰ ਕਰਨ। ਆਰੰਭ ਕਰਦੇ ਹਾਂ, ਬੜਾ ਪਿਆਰਾ ਸ਼ਬਦ ਮਹਾਰਾਜ ਜੀ ਨੇ ਸਰਵਣ ਕਰਵਾਇਆ। ਪੌੜੀ ਹੈ, ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਹੈ ਜੀਵੜ, ਤੂੰ ਵੱਡ ਵੱਡੇ, ਵੱਡਿਆਂ ਦਾ ਵੱਡਾ। ਗੁਰੂ ਨਾਨਕ ਵੱਡਾ ਤੇ ਗੁਰੂ ਨਾਨਕ ਦਾ ਰੱਬ ਵੀ ਕਹਿੰਦੇ ਵੱਡਾ। ਅਸੀਂ ਕਹਿੰਦੇ ਆ ਨਾ ਗੁਰੂ ਨਾਨਕ ਸਭ ਤੋਂ ਵੱਡਾ, ਫਿਰ ਸਾਡੀ ਰਾਖੀ ਕਰਦੇ ਨੇ।
गुरु नानक महाराज जी कहते एक होर भी बड़ा बैठा है, दुनिया का मालक एक ओंकार सतनाम करता पुरख निरभाओ निर्वैर अकाल मूर्ति अजूनी सैभं गुर प्रसाद। तू सच्चा साहिब अत वड्डा, अत का मतलब बहुत ज्यादा विशाल ते वड्डा है मालक, ते तेरे जिड्डा तू ही है, तेरे जिड्डा तू ही है। मैं सुनिया तू बहुत वड्डा, पर मैनू नहीं पता लग्या तू किड्डा वड्डा। सुन वड्डा आखे सब कोई केवड़ वड्डा डिठा होए। जे किसी ने उसनू देखिया है, उसकी ताकत शक्ति नू मानिया है, ते उसनू पता होएगा वो किड्डा वड्डा। जिसनू कदी मिलिया ही नहीं, जो ओदे कलावे विच गया ही नहीं, जो उसदी गोद विच बैठा ही नहीं, ओदी फीलिंग्स कोई हो ही नहीं सकती। किसे दे कोल बह के प्रेम दियां गल्लां करना की फीलिंग आउंदी है। जिहड़ा कोई किसी को बैठेगा घड़ी ते ओहदे नाल प्यार दियां गल्लां करेगा, उन्हें पता लगेगा प्रेम की हुंदा है, प्रेम की गलबात की हुंदी है। वो फीलिंग समझेगा, महसूस करेगा। जिस दे अंदर ये चीज आई ना, उसनू प्रेम की भाषा बारे पता नहीं लगना। सो तू सच्चा साहिब हत्थ वड्डा, तू है जीवड़, तू बड़ वड्डे, तू वड्डियां तू भी वड्डा है, वड्डियां दा वड्डा सच्चा मालक, और तेरे वर्गा वड्डा तू केवल आप ही है। जे मैं आखा, जे मैं सोचा तू किड्डा क वड्डा है, ते वो कहंदा आजा मेरे विच समा जा, आजा नानक लीन भयो गोबिंद स्यों, जो पानी संग पानी। गुरु नानक पातशाह जी कहते आजा किथे, तू दरियाओ दाना बीना, मैं मछली कैसे अंत लहा, जय जय देखा तह तह तू है, तुझते निकसी फूट मरा, न जाना मेओ न जाना जाली, जान दुख लगे ता तुझे संभाली। तू भरपूर जानिया मैं दूर, जो किश करी सो तेरे हदूर। जीवड़ तू है, जीवड़ तू वड वड, सो एडा वड्डा मालक है, बहुत वड्डा है सागर, तू भी वड्डा। ते फिर महाराज जी अगली पंक्ति विच बहुत प्यारी विचार दे रहे हैं। जिस तू मिले सो तुद मिले, तू आपे बख्श लै है लेखा छड़े। महाराज जी कहते ओही तेनू मिलदा जिन्नू तू मिलाउना, ध्यान देना, ओही तेनू मिलदा जिसनू तू मिलाउना, ओही तेरा नाम बोलदा जिसनू तू बुलाउना, ओही तेरे कोल आउंदा जिसनू तू लियाउना, ओही तेरे कोल बैठदा जिसनू तू बिठाउना, ओही तेरे कोलो आनंद प्राप्त करदा जिसनू तू आनंद देना। ये सब कुछ बख्शिश है गुरु पातशाह। ये सारा कुछ जो कुछ हो रहा है ना, ये गुरु साहब कर रहे ने। सानू भुलेखा पै गया, मैं 2:30 बजे उठ गया, मैनू भुलेखा पै गया मैं 4 बजे उठ गया, मैनू भुलेखा पै गया मैं पाठ भी कर लिया, मैनू भुलेखा पै गया मैं कथा कीर्तन कर लिया। नहीं, महाराज जी फरमान कर रहे ने, जिस तू मिले सो तुद मिले, तू आपे बख्श लै लेखा छड़े। मालक चाहे जिन्हों मिलावे ओही मिलदा, नहीं ते जन्म लंघ जाते ने, युग बीत जाते ने, मेल ही नहीं हुंदा। कई बार मनुखा जन्म भी लंघ जाता है, बहुत ज्यादा दा लंघदा है,
ਬਹੁਤ ਗਿਣਤੀ ਦਾ ਜਨਮ ਮਨੁੱਖਾ ਐਵੇਂ ਹੀ ਚਲਾ ਜਾਂਦਾ ਹੈ। ਕੋਈ ਰੱਬ ਰੁੱਬ ਬਾਰੇ ਪਤਾ ਨਹੀਂ ਲੱਗਦਾ, ਕਿਉਂਕਿ ਰੱਬ ਬਾਰੇ ਪੜ੍ਹਿਆ ਤੇ ਪੜ੍ਹਾਇਆ ਹੀ ਨਹੀਂ ਕਿਸੇ ਨੇ। ਜਿਹਨੇ ਪੜ੍ਹਾਉਣਾ ਸੀ ਉਹ ਆਪ ਹੀ ਨਹੀਂ ਪੜ੍ਹਿਆ, ਹੋਰ ਕੁਝ ਬਹੁਤ ਪੜ੍ਹਾਇਆ ਸਾਨੂੰ ਪੜ੍ਹਾਉਣ ਵਾਲਿਆਂ ਨੇ, ਹੋਰ ਕੁਝ ਬਹੁਤ ਸੁਣਾਇਆ ਸਾਨੂੰ ਸੁਣਾਉਣ ਵਾਲਿਆਂ ਨੇ। ਪਰ ਰੱਬ ਜਿਹੜਾ ਹੈ, ਰੂਹਾਨੀਅਤ ਵਿਸ਼ਾ ਜਿਹੜਾ ਹੈ, ਇਹ ਸੰਸਾਰ ਦੇ ਵਿੱਚ ਹੈ ਤੇ ਹੈ, ਪਰ ਸੰਸਾਰ ਇਸ ਨੂੰ ਕਬੂਲ ਨਹੀਂ ਕਰਦਾ, ਫਾਲਤੂ ਜਿਹਾ ਸਮਝਦਾ ਹੈ। ਜਿਹੜਾ ਅਸਲੀ ਜੀਵਨ ਸੀ, ਜਿਸ ਚੀਜ਼ ਤੋਂ ਅਸਲੀ ਜੀਵਨ ਮਿਲਣਾ ਸੀ, ਸੰਸਾਰ ਨੇ ਉਸ ਨੂੰ ਐਵੇਂ ਹੀ ਫਾਲਤੂ ਸਮਝਿਆ। ਉਹਦੇ ਵੱਲ ਅਸੀਂ ਤੁਸੀਂ ਬਹੁਤਾ ਧਿਆਨ ਨਾ ਆਪ ਦਿੱਤਾ, ਨਾ ਬੱਚਿਆਂ ਨੂੰ ਕਿਹਾ ਵੀ ਇੱਧਰ ਧਿਆਨ ਦਿਓ। ਬੱਚਿਆਂ ਨੂੰ ਕਹਿ ਦਿੱਤਾ ਮੈਥ ਪੜ੍ਹੋ, ਬੱਚਿਆਂ ਨੂੰ ਕਹਿ ਦਿੱਤਾ ਮੈਡੀਕਲ ਪੜ੍ਹੋ, ਬੱਚਿਆਂ ਨੂੰ ਕਹਿ ਦਿੱਤਾ ਕਮਰਸ ਰੱਖੋ, ਬੱਚਿਆਂ ਨੂੰ ਕਹਿ ਦਿੱਤਾ ਇੰਜੀਨੀਅਰ ਵਕੀਲ ਜੱਜ ਬਣੋ। ਇਹ ਨਹੀਂ ਕਿਹਾ ਵੀ ਬੰਦੇ ਵੀ ਬਣੋ। ਗੁਸਤਾਖੀ ਮਾਫ। ਪੜ੍ਹਾਈ ਦੇ ਨਾਲ ਸਾਰੇ ਬੰਦੇ ਨਹੀਂ ਬਣਦੇ। ਬਾਣੀ ਵਿੱਚ ਇੱਕ ਨਹੀਂ 20 ਵਾਰੀ ਪੰਕਤੀਆਂ ਮੈਂ ਪੜ੍ਹੀਆਂ ਨੇ। ਕੱਲੀ ਪੜ੍ਹਾਈ ਦੇ ਨਾਲ ਬੰਦੇ ਥੋੜ੍ਹਾ ਬਣਦੇ ਨੇ। ਬੜੀ ਵਾਰੀ ਮੈਂ ਬੋਲਿਆ ਤੇ ਗੁੱਸਾ ਵੀ ਬੜੇ ਲੋਕਾਂ ਨੇ ਕੀਤਾ। ਇੱਕ ਕੁਰਸੀ ਤੇ ਬੈਠ ਕੇ ਗਜ਼ਟਡ ਆਫਿਸਰ 2-2, 5-5, 20-20 ਹਜ਼ਾਰ ਰਿਸ਼ਵਤ ਲੈਂਦਾ, ਉਹ ਪੜ੍ਹਿਆ? ਉਹ ਕਦਾ ਪੜ੍ਹਿਆ? ਜਿਹੜਾ ਗਰੀਬਾਂ ਦਾ ਲਹੂ ਚੂਸਦਾ ਹੈ, ਇਨਸਾਫ ਦੀ ਕੁਰਸੀ ਤੇ ਬੈਠ ਕੇ ਝੂਠ ਦਾ ਸਾਥ ਦੇ ਦਿੰਦਾ, ਉਹ ਪੜ੍ਹਿਆ? ਉਹ ਕੋਈ ਪੜ੍ਹਿਆ ਨਹੀਂ, ਉਹ ਨਹੀਂ ਪੜ੍ਹਿਆ। ਜਿਸਨੇ ਆਪਣੀ ਪੜ੍ਹਾਈ ਨੂੰ, ਜਿਸਨੇ ਆਪਣੇ ਗੁਣ ਨੂੰ ਸਵਾਰਥ ਲਈ ਧੰਦਾ ਬਣਾਇਆ, ਉਹ ਪੜ੍ਹਿਆ ਨਹੀਂ, ਉਹ ਤੇ ਵਪਾਰੀ ਕੋਈ ਹੋਏਗਾ। ਉਹ ਪੜ੍ਹਿਆ ਕੋਈ ਨਹੀਂ। ਪੜ੍ਹਿਆ ਤੇ ਉਹ ਜਿਹੜਾ ਦੂਜੇ ਨੂੰ ਪੜ੍ਹਾ ਦੇਵੇ, ਮਤਲਬ ਜੀਵਨ ਸੇਧ ਦੇ ਦੇਵੇ, ਚੰਗੇ ਰਸਤੇ ਤੇ ਪਾ ਦੇਵੇ, ਉਹ ਹੈ। ਜਿਹੜਾ ਆਪ ਨੂੰ ਕਿਸੇ ਪਾਸੇ ਉਹਨੂੰ ਪਤਾ ਨਹੀਂ, ਰਾਹ ਨਹੀਂ ਲੱਭਦਾ, ਤੇ ਦੂਸਰੇ ਨੂੰ ਰਾਹ ਕੀ ਦਿਖਾਏਗਾ। ਸੋ ਬੜੀ ਪਿਆਰੀ ਪੰਕਤੀ ਗੁਰੂ ਸਾਹਿਬ ਦੀ ਹੈ, ਉਹੀ ਮਿਲਾਏਗਾ ਜੋ ਮਿਲਿਆ ਹੋਇਆ। ਜਿਸ ਤੂੰ ਮਿਲੇ ਸੋ ਤੁਧ ਮਿਲੇ, ਤੂੰ ਆਪੇ ਬਖਸ਼ ਲਏ ਲੇਖਾ ਛੱਡੇ। ਜਿਸ ਨੂੰ ਤੂੰ ਮਿਲਾਉਂਦਾ ਹੈ ਨਾ, ਗੁਰੂ ਮਹਾਰਾਜ ਜੀ ਕਹਿੰਦੇ ਉਹਦਾ ਲੇਖਾ ਛੱਡ ਦਿੰਦਾ। ਜਿਵੇਂ ਕੋਈ ਬੰਦਾ ਕਿਸੇ ਤੋਂ ਇੰਪ੍ਰੈਸ ਹੁੰਦਾ, ਕਹਿੰਦਾ ਯਾਰ ਛੱਡੋ ਪਰਾਂ, ਛੱਡੋ। ਜਦੋਂ ਕਿਸੇ ਤੋਂ ਬੰਦਾ ਕੋਈ ਪ੍ਰਭਾਵਿਤ ਹੁੰਦਾ, ਉਹਦੀ ਕਈ ਵਾਰੀ ਵੱਡੀ ਗੱਲ ਨੂੰ ਕਹਿੰਦਾ ਇਗਨੋਰ ਕਰਨਾ, ਚਲੋ ਛੱਡੋ ਪਰਾਂ, ਛੱਡੋ ਇਹਨੂੰ, ਦਫਾ ਕਰੋ, ਏਦਾਂ ਵੀ ਕਹਿ ਦਿੰਦੇ ਅਸੀਂ ਪੰਜਾਬੀ ਲੋਕ, ਛੱਡੋ ਪਰਾਂ। ਗੁਰੂ ਮਹਾਰਾਜ ਜੀ ਜਿਸ ਨੂੰ ਮਿਲਾਉਂਦੇ ਨੇ, ਜਿਸ ਤੇ ਬਖਸ਼ਿਸ਼ ਕਰਦੇ ਨੇ, ਭਾਵੇਂ ਉਹ ਅਪਰਾਧੀ ਤੇ ਪਾਪਾਂ ਦੇ ਨਾਲ ਭਰਿਆ, ਮਹਾਰਾਜ ਜੀ ਕਹਿੰਦੇ ਆਪੇ ਬਖਸ਼ ਲੈ ਲੇਖਾ ਛੱਡੇ, ਜਾ ਤੈਨੂੰ ਛੱਡਿਆ। ਕਈ ਵਾਰ ਬੰਦਾ ਕਹਿੰਦਾ ਜਾ ਯਾਰ ਤੈਨੂੰ ਛੱਡੇ, ਤੈਨੂੰ ਪੈਸੇ ਵੀ ਛੱਡੇ, ਨਾ ਮੋੜ, ਤੂੰ ਮੇਰੇ ਪਿੱਛੋਂ ਲਾ, ਏਦਾਂ ਵੀ ਕਈ ਵਾਰ ਕਹਿ ਦਿੰਦਾ। ਪਾਤਸ਼ਾਹ ਜੀ ਕਹਿੰਦੇ ਉਹ ਤੇਰਾ ਲੇਖਾ ਛਡਾ ਦੇਣਾ, ਤੈਨੂੰ ਲੇਖੇ ਦੇ ਉਸ ਸੰਗਲ ਦੇ ਵਿੱਚੋਂ ਬਾਹਰ ਕੱਢ ਲੈਣਾ। ਜਿਹੜਾ ਸੰਗਲ ਪਿਆ ਹੋਣਾ ਨਾ ਲੇਖੇ ਦਾ, ਉਹ ਲੇਖਾ ਤੇਰਾ ਪਾੜ ਦੇਣਾ, ਖਤਮ ਕਰ ਦੇਣਾ। ਜਿਸ ਤੂੰ ਮਿਲੇ ਸੋ ਤੁਧ ਮਿਲੇ, ਤੂੰ ਆਪੇ ਬਖਸ਼ ਲੈ ਲੇਖਾ ਛੱਡੇ। ਸੋ ਉਹਦਾ ਹੀ ਲੇਖਾ ਛੱਡਿਆ ਜਾਏਗਾ, ਉਹਨੂੰ ਹੀ ਮਿਲਾਇਆ ਜਾਏਗਾ। ਜਿਹੜਾ ਮਿਲਣਾ ਚਾਹੁੰਦਾ ਭਾਈ, ਜਿਹੜਾ ਗੁਰੂ ਨਾਲ ਮਿਲਣਾ ਚਾਹੁੰਦੇ, ਉਹਦੇ ਲੇਖੇ ਲੁਖੇ ਸਭ ਗੁਰੂ ਕੱਟੇਗਾ। ਤੇ ਜੇ ਕੋਈ ਮਿਲਣਾ ਹੀ ਨਹੀਂ ਚਾਹੁੰਦਾ, ਜੇ ਕੋਈ ਗੁਰੂ ਨੂੰ ਸੁਣਨਾ ਹੀ ਨਹੀਂ ਚਾਹੁੰਦਾ, ਜੇ ਕੋਈ ਗੁਰੂ ਨੂੰ ਦੇਖਣਾ ਹੀ ਨਹੀਂ ਚਾਹੁੰਦਾ, ਜੇ ਕੋਈ ਗੁਰੂ ਦੀ ਗੱਲ ਇੱਕ ਅੱਧੀ ਮੰਨਣਾ ਹੀ ਨਹੀਂ ਚਾਹੁੰਦਾ, ਤੇ ਫਿਰ ਕੀ ਕਰੇ ਗੁਰੂ? ਫਿਰ ਗੁਰੂ ਕੁਛ ਨਹੀਂ ਕਰ ਸਕਦਾ ਜੇ ਤੂੰ ਕਰਮ ਨਹੀਂ ਕਰੇਗਾ। ਜਿਸ ਨੂੰ ਤੂੰ ਆਪ ਮਿਲਾਏਂਦਾ, ਸੋ ਸਤਿਗੁਰ ਸੇਵੇ ਮਨ ਗੱਡ ਗੱਡੇ। ਜਿਸ ਨੂੰ ਮਹਾਰਾਜ ਜੀ ਕਹਿੰਦੇ ਆਪ ਮਿਲਾਉਂਦਾ, ਉਹ ਆਪਣੇ ਮਨ, ਜਿਵੇਂ ਕਹਿੰਦੇ ਨੇ ਵੀ ਐਨ ਪੂਰਾ ਗੱਡ ਕੇ ਕੰਮ ਰੱਖ। ਇੱਥੇ ਵੀ ਲਿਖਿਆ
ਜਿਸ ਨੂੰ ਪ੍ਰਮਾਤਮਾ ਸੱਚ ਦੇ ਨਾਲ ਮਿਲਾ ਦਿੰਦਾ ਹੈ, ਜਿਸ ਦੀ ਸੋਚ ਨੂੰ ਸੁੱਚ ਕਰ ਦਿੰਦਾ ਹੈ, ਸੱਚ ਕਰ ਦਿੰਦਾ ਹੈ, ਮਹਾਰਾਜ ਜੀ ਕਹਿੰਦੇ ਉਹ ਸਤਿਗੁਰੂ ਦੀ ਸੇਵਾ ਐਨ ਪੂਰਾ ਮਨ ਲਾ ਕੇ, ਮਨ ਗੱਡ ਕੇ ਕਰਦਾ ਹੈ। ਜਿਸ ਨੂੰ ਤੂੰ ਮਿਲਾਏਂਦਾ ਸੋ ਸਤਿਗੁਰੂ ਸੇਵੇ ਮਨ ਗੱਡ ਗੱਡੇ, ਜਾਂ ਜੇ ਕਹਿ ਸਕਦੇ ਹਾਂ ਗੁਰੂ ਦੀ ਯਾਦ ਦੇ ਵਿੱਚ ਮਨ ਗੱਡ ਦਿੰਦਾ ਹੈ ਉਹ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਓ ਪਿੰਡ ਚੰਮ ਤੇਰਾ ਹੱਡੇ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹੇ ਮੇਰੇ ਸੱਚਿਆ ਮਾਲਕਾ, ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਓ ਪਿੰਡ ਚੰਮ, ਮੇਰੀ ਜਿੰਦ ਮੇਰੀ ਜਾਨ ਮੇਰੀ ਹੱਡੀ, ਮੇਰੇ ਹੱਡ ਮੇਰਾ ਚੰਮ, ਇਹ ਸਭ ਕੁਝ ਮਹਾਰਾਜ ਜੀ ਤੇਰਾ ਹੀ ਬਖਸ਼ਿਆ। ਲਿਖਿਆ ਪਿਆ ਪੂਰਾ ਕਲੀਅਰ, ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਓ ਪਿੰਡ ਚੰਮ ਤੇਰਾ ਹੱਡੇ। ਇਹ ਸਭ ਕੁਝ ਮੇਰਾ ਜਿਹੜਾ ਇਹ ਲੋਥਰਾ ਬਣਿਆ ਹੋਇਆ ਨਾ ਸਰੀਰ, ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਬਣਿਆ ਹੋਇਆ, ਇਹ ਸਭ ਕੁਝ ਤੇਰਾ ਹੀ ਬਣਾਇਆ ਹੋਇਆ ਹੈ। ਉਸਨੇ ਨੱਕ ਲਾਇਆ, ਉਸਨੇ ਮੂੰਹ ਲਾਇਆ, ਉਸਨੇ ਕੰਨ ਲਾਇਆ, ਉਸਨੇ ਜੀਭ ਲਾਈ। ਬਾਣੀ ਵਿੱਚ ਸਭ ਕੁਝ ਲਿਖਿਆ। ਇਹ ਸਭ ਕੁਝ ਚੰਮ ਵੀ ਉਸਨੇ ਸਾਡੇ ਉੱਪਰ ਲਪੇਟਿਆ ਹੋਇਆ। ਜੇ ਚੰਮ ਨਾ ਲੱਗਾ ਹੁੰਦਾ ਤੇ ਲਹੂ ਵਗਦਾ ਹੁੰਦਾ। ਇਹ ਚੰਮ ਨੂੰ ਲਪੇਟਿਆ, ਪੜਦੇ ਕੱਜੇ ਪਏ ਨੇ ਰੱਬ ਨੇ, ਕੋਈ ਸਾਡੇ ਲਾਗੇ ਨਾ ਬਹਿੰਦਾ, ਇੰਨੀ ਸਮੈਲ ਆਉਂਦੀ। ਇਹ ਸਾਰਾ ਕੁਝ ਪ੍ਰਮਾਤਮਾ ਨੇ ਆਪੇ ਹੀ ਕੀਤਾ ਹੋਇਆ ਹੈ, ਸਾਨੂੰ ਆਪੇ ਹੀ ਢੱਕਿਆ ਹੋਇਆ ਹੈ। ਸਾਡੇ ਚੰਮ ਨਾਲ ਲਹੂ ਨੂੰ ਤੇ ਢੱਕਿਆ ਹੀ ਹੋਇਆ, ਨਾੜੀਆਂ ਨੂੰ ਹੱਡੀਆਂ ਨੂੰ ਤੇ ਢੱਕਿਆ ਹੋਇਆ, ਮਿੱਝ ਨੂੰ ਤੇ ਢੱਕਿਆ ਹੋਇਆ। ਤੇ ਸਤ ਸੰਗਤ ਜੀ, ਜੇ ਕੋਈ ਗੁਰੂ ਦਾ ਹੋ ਜਾਏ ਨਾ, ਸਤਿਗੁਰੂ ਪਰਦੇ ਵੀ ਢੱਕ ਦਿੰਦਾ, ਕੱਜ ਦਿੰਦਾ। ਗੁਰੂ ਪਰਦੇ ਵੀ ਕੱਜ ਦਿੰਦਾ, ਢੱਕ ਲੈਂਦਾ। ਕਿੱਥੇ ਲਿਖਿਆ? ਪੜ੍ਹੀਏ ਪੰਕਤੀ ਆਖਰੀ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਬਾਣੀ ਵਿੱਚ ਲਿਖਿਆ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਉਹ ਪਾਪੀਆ ਤੇਰੇ ਪਰਦੇ ਢੱਕੇਗਾ। ਹੁਣ ਪਾਪੀ ਥੋੜੋ ਅਸੀਂ ਆਪਣੇ ਆਪ ਨੂੰ ਕਹਿਣਾ ਚਾਹੀਦਾ। ਗੁਰੂ ਮਹਾਰਾਜ ਜੀ ਤੇ ਕਹਿੰਦੇ ਨੇ, ਹਾਂ ਪਾਪੀ ਤੂੰ ਬਖਸ਼ਣਹਾਰ। ਸੋ ਅਸੀਂ ਖਿੰਨ ਭੁੱਲਣ ਹਾਰਾਂ। ਕਦੀ ਕਦੀ ਕਹਿ ਦੇਣਾ ਚਾਹੀਦਾ, ਮਹਾਰਾਜ ਪਾਪੀਆਂ। ਤੇ ਮਹਾਰਾਜ ਜੀ ਕਹਿੰਦੇ, ਫਿਰ ਤੇਰਾ ਪਰਦਾ ਕੱਜਾਂਗਾ। ਜੇ ਤੂੰ ਮੰਨ ਲਿਆ, ਸਰੈਂਡਰ ਕਰ ਦਿੱਤਾ, ਜੇ ਤੂੰ ਹੈਂਡ ਅਪ ਕਰ ਦਿੱਤੇ ਤੇ ਫਿਰ ਠੀਕ ਹੈ। ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ। ਆਖਰੀ ਪੰਕਤੀ, ਜਿਉ ਭਾਵੇ ਤਿਉ ਰੱਖ ਤੂੰ ਸੱਚਿਆ, ਜਿਉ ਭਾਵੇ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ। ਹੇ ਮੇਰੇ ਵੱਡਿਆਂ ਦੇ ਵੱਡੇ ਸੱਚੇ ਪਿਤਾ ਪ੍ਰਭੂ, ਜਿਵੇਂ ਤੈਨੂੰ ਚੰਗਾ ਲੱਗਦਾ ਮਹਾਰਾਜ, ਮੈਨੂੰ ਉਵੇਂ ਹੀ ਰੱਖ ਲੈ। ਜਿਉ ਭਾਵੈ ਤਿਉ ਰਾਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨ ਰਾਤ। ਦਿਨ ਰਾਤ ਭੁੱਲੇ ਫਿਰਦੇ ਆ ਮਹਾਰਾਜ, ਮਿਹਰ ਕਰੋ। ਜਿਵੇਂ ਤੈਨੂੰ ਚੰਗਾ ਲੱਗਦਾ ਸਾਨੂੰ ਰੱਖ ਲੈਣਾ, ਸਾਨੂੰ ਬਚਾ ਲੈਣਾ, ਸਾਨੂੰ ਜੋੜ ਲੈਣਾ, ਸਾਡੇ ਸੰਸਾਰ ਦੇ ਬੰਧਨ ਕੱਟ ਕੇ ਸਾਨੂੰ ਮੁਕਤ ਕਰ ਦੇਣਾ। ਅਸੀਂ ਤੇਰੇ ਤੋਂ ਪਾਤਸ਼ਾਹ ਜੀ ਇਹ ਆਸ ਕਰਕੇ ਆਏ ਹਾਂ। ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ, ਕਬ ਗੱਲ ਲਾਵੇਂਗੇ। ਇਹ ਸਾਡੀ ਆਸ ਹੈ, ਇਹ ਸਾਡੀ ਆਸ ਹੈ। ਅਸੀਂ ਇਸੇ ਆਸ ਨਾਲ ਤੇ ਜਿਉਂਦੇ ਫਿਰਦੇ ਹਾਂ ਵੀ ਕਦੀ ਤਾਂ ਬਖਸ਼ੇਗਾ ਨਾ, ਕਦੀ ਤੇ ਬਖਸ਼ੇਗਾ ਨਾ। ਭਗਤ ਕਬੀਰ ਜੀ ਕਹਿੰਦੇ, ਨਹੀਂ ਮੈਨੂੰ ਅੰਦਰ ਵਾੜਿਆ ਤੂੰ, ਆਪੇ ਕਦੀ ਤੇ ਉਠਾਏਗਾ ਨਾ। ਲੰਮਾ ਪਿਆ ਕਬੀਰ ਤੇ ਥਾਈ, ਹੋਏ ਬਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ।
ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਪੈਰੀ ਟੁੰਬ ਉਠਾਲਿਆ ਬੋਲੋ ਰਾਮ ਉਹ ਸਿੱਖ ਸਮਝਾਈ। ਜਿਉ ਲੋਹਾ ਪਾਰਸ ਛੋਹੈ ਚੰਦਨ ਵਾਸ ਉਹ ਨਿਮ ਮਹਿਕਾਈ। ਜਿਵੇਂ ਚੰਦਨ ਨਿੰਮ ਨਾਲ ਚਿੰਬੜ ਜਾਏ ਤੇ ਨਿੰਮ ਨੂੰ ਵੀ ਮਿਠਾਸ ਨਾਲ ਚੰਦਨ ਖੁਸ਼ਬੂ ਨਾਲ ਭਰ ਦਿੰਦਾ। ਜਦੋਂ ਗੁਰੂ ਦੇ ਚਰਨਾਂ ਤੇ ਤੂੰ ਟੱਚ ਹੋ ਗਿਆ ਨਾ ਸੱਚਮੁੱਚ, ਫਿਰ ਤੂੰ ਪਤਾ ਕੀ ਬਣਨਾ। ਆਹਾ ਬਲਹਾਰੀ ਗੁਰੀ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਉਹਨੂੰ ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ। ਉਹਨੂੰ ਨਾਮ ਵੀ ਮਿਲ ਜਾਏਗਾ, ਉਹਨੂੰ ਗੁਰੂ ਦਾ ਕੰਠ ਵੀ ਮਿਲ ਜਾਏਗਾ, ਗੱਲ ਬੱਕੜੀ ਵੀ ਮਿਲ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਵੀ ਮਿਲ ਜਾਏਗੀ। ਇਸ ਕਰਕੇ ਭਾਈ ਨਤਮਸਤਕ ਦੇ ਹੋਇਆ ਕਰ। ਉਹ ਕਦੇ ਕਦਾਈ ਮੱਥਾ ਟੇਕ ਲਿਆ ਕਰ, ਭੁੱਲਿਆ ਐਵੇਂ ਚਲਿਆ ਜਾਣਾ। ਕੀ ਮੂੰਹ ਦਿਖਾਏਗਾ ਉੱਥੇ ਜਾ ਕੇ ਕਿ ਮੈਂ ਕਦੀ ਤੈਨੂੰ ਮੱਥਾ ਹੀ ਨਹੀਂ ਟੇਕਿਆ। ਗੁੱਸਾ ਨਾ ਕਰਿਓ ਜਿਹੜੇ ਟੇਕਦੇ ਨਹੀਂ, ਜੇ ਕਰਨਾ ਤੇ ਤੁਹਾਡੀ ਮਰਜ਼ੀ। ਗੁਰੂ ਕਹਿੰਦਾ ਮੈਂ ਤੈਨੂੰ ਕਹਿੰਦਾ। ਉਹਨੇ ਪੁੱਛਣਾ ਕੀ ਪੁੱਛਣਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਹੋਰ ਧਰਮਰਾਜ ਨੇ ਤੇਰੇ ਕੋਲ ਕੋਈ ਅਕਾਊਂਟ ਥੋੜਾ ਪੁੱਛਣਾ। ਉਹਨੇ ਤੇਰੇ ਕਰਮ, ਉਹਨੇ ਕਹਿਣਾ ਮੱਥਾ ਕੱਢਿਆ ਫਿਰਦਾ ਤੂੰ, ਕਿੱਥੇ ਟਿਕਿਆ ਸੀ। ਐਡੀ ਵੱਡੀ ਤੂੰ ਲੋਥ ਲਈ ਫਿਰਦਾ, ਇਸ ਨੂੰ ਕਿਤੇ ਝੁਕਾਇਆ ਸੀ, ਡੰਡੌਤ ਵੀ ਕੀਤੀ ਸੀ, ਕੋਈ ਸਿਜਦਾ ਕੀਤਾ ਸੀ, ਕੋਈ ਸਲਾਮ ਕੀਤਾ ਸੀ, ਕੋਈ ਨਤਮਸਤਕ ਹੋਇਆ ਸੀ, ਕੋਈ ਨੱਕ ਰਗੜਿਆ ਸੀ, ਕੋਈ ਰੱਬ ਤੋਂ ਖੈਰ ਝੋਲੀ ਵਿੱਚ ਪਾਉਣ ਲਈ ਮੰਗੀ ਸੀ। ਸ਼ੇਖ ਫਰੀਦੇ ਖੈਰ ਦੀਜੈ ਬੰਦਗੀ ਹੈ, ਇਹ ਕੀਤਾ ਕੱਖ ਨਹੀਂ ਤੇ ਫਿਰ ਦੋਵੇਂ ਹੱਥ ਝਾੜ ਕੇ ਚੱਲਿਆ ਜਵਾਰੀ ਆ। ਫਿਰ ਜਵਾਨੀ ਚ ਲਿਖਿਆ ਹੱਥ ਝਾੜ ਕੇ ਜਾਏਗਾ। ਇਸ ਕਰਕੇ ਭਾਈ ਨਾਂਗੇ ਆਵਣ ਨੰਗੇ ਜਾਣਾ। ਜਿੱਦਣ ਆਏ ਸੀ ਲੀੜੇ ਉਦਣ ਵੀ ਨਹੀਂ ਸੀ, ਜਿੱਦਣ ਜਾਣੇ ਸੜ ਉਦਣ ਵੀ ਜਾਣੇ ਐ। ਇਸ ਕਰਕੇ ਨਾਂਗੇ ਆਵਣ ਨਾਂਗੇ ਜਾਣਾ। ਕੋਈ ਨਾ ਰੈਸੀ ਰਾਜਾ ਰਾਣਾ ਇੱਥੇ ਕੋਈ ਨਹੀਂ ਭਾਈ। ਹਾਂ ਲੈ ਕੇ ਜਾ ਸਕਦਾ ਬਹੁਤ ਕੁਛ, ਪੰਜਵੇਂ ਪਾਤਸ਼ਾਹ ਦਾ ਫਰਮਾਨ ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ। ਇੱਥੇ ਤੂੰ ਕਮਾਈ ਕਰ ਬਈ, ਕਰਮਾਂ ਦੀ ਕਮਾਈ ਕਰ, ਗੁਰੂ ਦੇ ਦਰਸ਼ਨਾਂ ਦੀ ਕਮਾਈ ਕਰ, ਗੁਰੂ ਨਾਲ ਗੱਲਾਂ ਕਰਿਆ ਕਰ, ਗੁਰੂ ਦੇ ਬੋਲ ਸੁਣਿਆ ਕਰ। ਗੁਰੂ ਕਹਿੰਦਾ ਸੁਣ ਵੀ ਤੇ ਮੈਨੂੰ ਸੁਣਾ ਵੀ। ਟੀਚਰ ਕੋਲ ਜਦੋਂ ਜਾਂਦੇ ਆ ਨਾ, ਟੀਚਰ ਪਹਿਲਾਂ ਸਾਨੂੰ ਸੁਣਾਉਂਦਾ, ਫਿਰ ਕਹਿੰਦਾ ਮੇਰਾ ਪੁੱਤ ਸੁਣਾ। ਕੀ ਯਾਦ ਕੀਤਾ ਸੁਣਾ। ਗੁਰੂ ਸੁਣਦਾ ਵੀ, ਗੁਰੂ ਸੁਣਾਉਂਦਾ ਵੀ, ਗੁਰੂ ਕੱਢਦਾ ਵੀ, ਗੁਰੂ ਬਚਾਉਂਦਾ ਵੀ। ਭਰੋਸਾ ਰੱਖੀਏ ਗੁਰੂ ਤੋਂ ਕਦੇ ਨਹੀਂ ਦੂਰ ਹੋਣਾ। ਅੰਚਲ ਗਹਿ ਕੇ ਸਾਧਕਾ ਤਰਨਾ ਇਸ ਮਰ ਜਾਵਾਂਗੇ, ਗੁਰੂ ਤੋਂ ਦੂਰ ਹੋ ਕੇ ਸੱਚੀ ਕਹਿੰਦੇ ਆ। ਪਤਾ ਉਦੋਂ ਲੱਗਣਾ ਜਦੋਂ ਵਿਛੋੜਾ ਪੈਣਾ। ਇਸ ਕਰਕੇ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਵੀਂ। ਵਾ ਯਾਦ ਬਣੀ ਰਹੇ ਮਹਾਰਾਜ ਜੀ, ਬਖਸ਼ ਲਓ ਸਾਨੂੰ, ਖਿਨ ਖਿਨ ਭੁੱਲ ਨਾ ਹਾਰ ਹਾਂ। ਇਹ ਸੀ ਸਤਸੰਗ ਜੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਗੁਰੂ ਭਲਾ ਕਰੇ ਸਭ ਦਾ, ਸਭ ਨੂੰ ਨਾਮਦਾਨ, ਤੰਦਰੁਸਤੀਆਂ, ਗੁਰਮਤ ਗੁਰਸਿੱਖੀ ਔਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਏਕਤਾ ਇਤਫਾਕ ਗੁਰਸਿੱਖੀ ਨੂੰ ਪ੍ਰਫੁੱਲਤ ਕਰੇ। ਨਾਮ ਦੀ ਬਰਕਤ ਨੂੰ ਮਹਾਰਾਜ ਜੀ ਪ੍ਰਫੁੱਲਤ ਕਰੇ, ਵਧਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।